ਹੜ੍ਹ ਦੇ ਹਾਲਾਤਾਂ ਦੌਰਾਨ ਗੁਆਂਢੀ ਮੁਲਕ ਪਾਕਿਸਤਾਨ ਨੂੰ ਛੱਡਿਆ ਗਿਆ 1.92 ਲੱਖ ਕਿਊਸਿਕ ਪਾਣੀ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਹਿਮ ਪ੍ਰੈਸ ਕਾਨਫਰੰਸ। ਚੰਡੀਗੜ੍ਹ ਵਿੱਚ ਹਰਿਆਣਾ ਦੀ ਵਿਧਾਨ ਸਭਾ ਲਈ ਜ਼ਮੀਨ ਦੇਣਾ ਪੰਜਾਬ ਦੇ ਹੱਕਾਂ ਤੇ ਡਾਕਾ। ਭਾਰਤ ਤੇ ਪਾਕਿਸਤਾਨ ਵਿਚਾਲੇ ਸਿਆਸੀ ਹਾਲਾਤ ਚੰਗੇ ਨਹੀਂ ਹਨ, ਪਰ ਹੜ੍ਹ ਦੌਰਾਨ ਚੜ੍ਹਦੇ ਪੰਜਾਬ ਦੀ ਮਦਦ ਲਈ ਪਾਕਿਸਤਾਨ ਅੱਗੇ ਆਇਆ ਹੈ। ਹਰ ਵਾਰ ਪੰਜਾਬ ਵਿੱਚ ਹੜ੍ਹ ਦੇ ਹਾਲਾਤਾਂ ਦੌਰਾਨ ਪਾਕਿਸਤਾਨ ਹੈੱਡਵਰਕਸ ਦੇ ਗੇਟ ਬੰਦ ਕਰ ਦਿੰਦਾ ਸੀ, ਪਰ ਇਸ ਸਾਲ ਸੁਲੇਮਾਨਕੀ ਹੈੱਡਵਰਕਸ ਗੇਟ ਖੋਲ੍ਹ ਦਿੱਤਾ ਗਿਆ ਹੈ। ਪਾਕਿਸਤਾਨ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਕਾਫੀ ਰਾਹਤ ਮਿਲ ਰਹੀ ਹੈ। ਬੀਤੇ ਦਿਨੀ ਹੁਸੈਨੀਵਾਲਾ ਵਿੱਚ 1.92 ਲੱਖ ਕਿਊਸਿਕ ਪਾਣੀ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਪਹੁੰਚ ਗਿਆ। 6 ਦਿਨਾਂ ਤੋਂ ਪੰਜਾਬ ਵਿੱਚ ਹੜ੍ਹ ਦੌਰਾਨ ਕਾਫੀ ਤਬਾਹੀ ਮਚੀ। ਪੂਰਬੀ ਮਾਲਵੇ ਦੇ ਹਾਲਾਤ ਕਾਫੀ ਖਰਾਬ ਹਨ। ਉਧਰ ਹਰੀਕੇ ਹੈੱਡਵਰਕਸ ਦੇ ਵੱਲੋਂ ਛੱਡੇ ਗਏ ਪਾਣੀ ਦੇ ਕਾਰਨ ਪੱਛਮੀ ਮਾਲਵਾ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸ਼ੁਰੂ ਵਿੱਚ ਪਾਕਿਸਤਾਨ ਨੇ ਫਾਜ਼ਿਲਕਾ ਦੇ ਕੋਲ ਬਣੇ ਸੁਲੇਮਾਨਕੀ ਹੈੱਡਵਰਕਸ ਦੇ ਆਪਣੇ ਗੇਟ ਬੰਦ ਕਰ ਦਿੱਤੇ ਸਨ, ਪਰ ਹੁਣ ਪਾਣੀ ਪਾਕਿਸਤਾਨ ਖੇਤਰ ਵਿੱਚ ਜਾ ਰਿਹਾ ਹੈ। ਪਾਕਿਸਤਾਨ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਫਾਜ਼ਿਲਕਾ ਵਿੱਚ ਹੜ੍ਹ ਦਾ ਖਤਰਾ ਫਿਲਹਾਲ ਟਲ ਗਿਆ ਹੈ। ਬੀਤੇ ਦਿਨਾਂ ਦੌਰਾਨ ਸਤਲੁਜ ਦੇ ਹਰੀਕੇ ਤੋਂ 2.14 ਲੱਖ ਕਿਊਸਿਕ ਪਾਣੀ ਵੇਖਿਆ ਗਿਆ ਸੀ, ਜਦਕਿ ਹੁਸੈਨੀਵਾਲਾ ਦੇ ਕੋਲ ਇਹ 1.92 ਲੱਖ ਕਿਊਸਿਕ ਦਰਜ ਕੀਤਾ ਗਿਆ ਸੀ, ਜੋ ਕਿ ਪਾਕਿਸਤਾਨ ਵੱਲ ਜਾ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਰਾਵੀ ਦੇ ਪਾਣੀ ਨੂੰ ਵੀ ਨਹੀਂ ਰੋਕਿਆ ਹੈ, ਜਿਸ ਦੇ ਚੱਲਦਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿੱਚ ਖਤਰਾ ਫਿਲਹਾਲ ਟਲਿਆ ਨਹੀਂ ਹੈ। ਰਾਵੀ ਦੇ ਓਵਰਫਲੋ ਹੋਣ ਕਾਰਨ ਕੁਝ ਹੇਠਲੇ ਇਲਾਕਿਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਹੈ। ਜੇਕਰ ਪਾਕਿਸਤਾਨ ਇਸ ਪਾਣੀ ਨੂੰ ਨਾ ਰੋਕਦਾ ਤਾਂ ਪੰਜਾਬ ਦੇ ਮਾਝੇ ਖੇਤਰ ਦਾ ਵੱਡਾ ਹਿੱਸਾ ਪਾਣੀ ਨਾਲ ਡੁੱਬ ਜਾਂਦਾ। ਪਿਛਲੇ ਦਿਨੀ ਪੰਜਾਬ 'ਚ ਆਏ ਹੜ੍ਹ ਕਾਰਨ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ। ਲੋਕ ਆਪਣੇ ਘਰਾਂ ਵਿੱਚ ਭੁੱਖੇ ਤੇ ਆਏ ਬੰਦ ਹਨ। ਅਜਿਹੇ ਵਿੱਚ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਅਤੇ ਘਰਾਂ 'ਚ ਬੰਦ ਲੋਕਾਂ ਨੂੰ ਪਾਣੀ ਅਤੇ ਲੰਗਰ ਪਹੁੰਚਾਉਣ ਦੀ ਸੇਵਾ ਨਿਭਾ ਰਹੀ ਹੈ। ਪੰਜਾਬ 'ਚ ਬਣੇ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਹੜ੍ਹ ਪੀੜਤ ਲੋਕਾਂ ਦੇ ਹਾਲਾਤਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਸਮੁੱਚੇ ਪੰਜਾਬ ਦੇ ਵਿੱਚ ਪਾਣੀ ਦੀ ਬਹੁਤਾਤ ਹੋਣ ਕਰਕੇ ਬਹੁਤ ਸਾਰੇ ਇਲਾਕੇ ਜਿਹੜੇ ਉਹ ਪਾਣੀ ਦੀ ਮਾਰ ਹੇਠ ਆ ਗਏ। ਸਭ ਤੋਂ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਫਿਰ ਰੋਪੜ ਹਲਕਾ, ਫਿਰ ਫਤਿਹਗੜ੍ਹ ਸਾਹਿਬ, ਇਸੇ ਤਰ੍ਹਾਂ ਪਟਿਆਲਾ, ਪਰਲੇ ਪਾਸੇ ਨੂੰ ਸੰਗਰੂਰ ਤੇ ਉੱਧਰੋਂ ਤਰਨਤਾਰਨ ਵਾਲਾ ਪਾਸਾ, ਇਹ ਸਾਰੇ ਪਾਸੇ ਪਾਣੀਆਂ ਦੀ ਬਹੁਤ ਵੱਡੀ ਇੱਕ ਭਰਮਾਰ ਹੋ ਗਈ ਤੇ ਜਿਹਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਹੜ੍ਹ ਪੀੜਤਾਂ ਲਈ, ਕਿਉਂਕਿ ਲੋਕਾਂ ਦੀ ਆਵਾਜਾਈ ਬੰਦ ਹੋ ਗਈ, ਘਰਾਂ 'ਚੋਂ ਨਿਕਲਣਾ ਬੰਦ ਹੋ ਗਿਆ, 8-8, 7-7 ਫੁੱਟ ਪਾਣੀ ਜਮ੍ਹਾਂ ਹੋ ਗਿਆ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਮੁੱਢਲਾ ਫਰਜ਼ ਸਮਝਦੇ ਹੋਏ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਵਿੱਤਰ ਸਿਧਾਂਤ ਸਰਬੱਤ ਦੇ ਭਲੇ ਤੇ ਸਮੁੱਚੀ ਲਕਾਈ ਨੂੰ ਸਮਰਪਿਤ ਸਾਰਿਆਂ ਸਥਾਨਾਂ ਤੋਂ ਬਗੈਰ ਕਿਸੇ ਭਿੰਨ ਭੇਦ ਦੇ ਲੰਗਰ ਦੀ ਜਿਹੜੀ ਸੀ ਉਹ ਸੇਵਾ ਸ਼ੁਰੂ ਕੀਤੀ ਗਈ, ਜਿਹਦੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਅੰਬ ਸਾਹਿਬ ਮੋਹਾਲੀ, ਗੁਰਦੁਆਰਾ ਚਰਨ ਕਮਲ ਜਿੰਦੋਵਾਲ ਬੰਗਾ, ਗੁਰਦੁਆਰਾ ਬੌਲੀ ਸਾਹਿਬ ਨਡਾਲਾ ਤੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂਸਰ ਕੌਂਕੇ ਲੁਧਿਆਣਾ, ਇਹਨਾਂ 'ਤੇ ਸਾਰੇ ਲਗਾਤਾਰ ਲੰਗਰ ਦੀ ਵੀ ਸੇਵਾ। ਉਹ ਤੋਂ ਇਲਾਵਾ ਲੰਗਰ ਦੀ ਸੇਵਾ ਤੋਂ ਇਲਾਵਾ ਕਿਉਂਕਿ ਕੁਝ ਮੈਡੀਕਲ ਫੈਸਿਲਿਟੀਜ਼ ਦੀ ਵੀ ਲੋੜ ਸੀ, ਉਹ ਮੈਡੀਕਲ ਫੈਸਿਲਿਟੀਜ਼ ਵੀ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੇ ਪਟਿਆਲਾ ਵਿਖੇ ਪਹੁੰਚਾਈਆਂ ਗਈਆਂ। ਉਹ ਤੋਂ ਇਲਾਵਾ ਪਾਣੀ ਦੀ ਤੇ ਦੁੱਧ ਦੀ ਬੜੀ ਵੱਡੀ ਪੱਧਰ 'ਤੇ ਮੰਗ ਸੀ, ਉਹ 'ਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੋਂ ਜਿੱਥੋਂ ਵੀ ਮੰਗ ਆਈ ਉਸੇ ਸਾਰਿਆਂ ਦੀ ਜਾ ਕੇ ਸਮੇਂ-ਸਮੇਂ ਸਿਰ ਸਾਰੀ ਮੰਗ ਜਿਹੜੀ ਉਹ ਪੂਰਤੀ ਕੀਤੀ। ਹੁਣ ਅੱਜ ਮੈਂ ਇੱਧਰ ਫਤਿਹਗੜ੍ਹ ਸਾਹਿਬ ਪਾਸੇ ਆਇਆ ਤੇ ਅੱਜ ਇੱਧਰ ਲੋਕਾਂ ਦੀ ਬੜੀ ਵੱਡੀ ਮੰਗ ਸੀ ਕਿ ਜਿਹੜਾ ਚਾਰਾ ਪਸ਼ੂਆਂ ਲਈ ਉਹ ਕਿਉਂਕਿ ਪਣਾ ਚੜ੍ਹ ਗਿਆ ਉਹਦੇ ਉੱਤੇ ਤੇ ਪਾਣੀ ਦੇ ਵਿੱਚ ਖੜਾ ਆ, ਉਹਦੇ ਲਈ ਅਸੀਂ ਅੱਜ ਬੈਠ ਕੇ ਸਾਰਾ ਮਸ਼ਵਰਾ ਕੀਤਾ ਕਿ ਹੁਣ ਜਿੱਥੇ ਵੀ ਆ ਸਾਡੇ ਤਕਰੀਬਨ 20 ਪੁਆਇੰਟ ਆ, ਇਹਨਾਂ 20 ਪੁਆਇੰਟਾਂ ਤੋਂ ਇਲਾਵਾ ਕਿਉਂਕਿ ਜਿਹੜਾ ਘੱਗਰ ਦਰਿਆ ਆ ਉਹਦਾ ਫੈਕਟ ਉਧਰ ਮਾਲਵੇ ਵਾਲੇ ਪਾਸੇ ਬਹੁਤ ਵੱਡਾ ਪਿਆ ਤੇ ਗੁਰਦੁਆਰਾ ਜਾਮਨੀ ਸਾਹਿਬ ਜਿਹੜਾ ਸਾਡੇ ਫਿਰੋਜ਼ਪੁਰ ਸਾਹਿਬ, ਉਧਰਲੇ ਪਾਸੇ ਜਿਹੜੇ ਸਤਲੁਜ ਦੇ ਦਰਿਆ ਦੇ ਨਾਲ ਲੱਗਦੇ ਪਿੰਡ ਆ ਉਹ ਵੀ ਪਾਣੀ ਦੇ ਵਿੱਚ ਪਏ ਆ। ਉਹਨਾਂ ਨੂੰ ਵੀ ਅਸੀਂ ਅੱਜ ਉਹ ਇੱਕ ਨਵਾਂ ਪੁਆਇੰਟ ਸ਼ੁਰੂ ਕਰਕੇ ਲੰਗਰ ਦੀ ਤੇ ਚਾਰੇ ਦੀ, ਉਹ ਚਾਰੇ ਦੀ ਅਸੀਂ ਬੈਠ ਕੇ ਸਾਰਾ ਮਸ਼ਵਰਾ ਕੀਤਾ ਕਿ ਜਿਹੜਾ ਅਚਾਰ ਬਣਦਾ ਮੱਕੀ ਤੋਂ, ਕੱਚੀ ਮੱਕੀ ਜਿਹੜੀ ਹੁੰਦੀ ਜਿਹੜੇ ਪੂਣ ਫੁੱਟਦੀ ਆ ਤੇ ਉਹ ਤਿਆਰ ਹੋਇਆ ਹੁੰਦਾ ਤੇ ਉਹ ਅਸੀਂ 1-2 ਫਰਮਾਂ ਦੇ ਨਾਲ ਬਾਰਗੇਨਿੰਗ ਵੀ ਕੀਤੀ ਆ। ਉਹ ਵੱਡੇ ਪੱਧਰ 'ਤੇ ਜਿੱਥੇ ਵੀ ਸਮੁੱਚੀ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ, ਮੈਂਬਰ ਸਾਹਿਬਾਨ ਨੂੰ ਚੇਚੇ ਤੌਰ ਦੇ ਉੱਤੇ, ਕਿ ਇਹਨੂੰ ਆਪਾਂ ਜੰਗੀ ਪੱਧਰ 'ਤੇ ਲਾਈਏ, ਕਿਉਂਕਿ ਜਿਹੜੇ ਘਰ ਫਸੇ ਹੁੰਦੇ ਉਹਨਾਂ ਨੂੰ ਪਤਾ ਫਿਰ ਕਿਸ ਭਾਅ ਪੈਂਦੀ ਆ।
ਇਹ ਇਦੋਂ ਇਲਾਵਾ ਜਿਹੜੇ ਹਲਕੇ ਦੇ ਹੋਰ ਵੀ ਮੈਂਬਰ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਘਰਾਂ 'ਚ ਨਾ ਬੈਠੋ। ਜਿੱਥੇ ਜਿੱਥੇ ਕੋਈ ਲੋੜ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਢੰਗ ਦੇ ਨਾਲ, ਹਰ ਤਰੀਕੇ ਨਾਲ, ਜਿਹੜੀ ਵੀ ਕਿਸੇ ਪੱਖ ਦੀ, ਚਾਹੇ ਦੁਨਿਆਵੀ ਤੌਰ ਤੇ ਮਨੁੱਖਾਂ ਲਈ ਤੇ ਚਾਹੇ ਪਸ਼ੂਆਂ ਲਈ, ਮਾਲ ਡੰਗਰ ਲਈ, ਉਹਦੇ ਲਈ ਅਸੀਂ ਵਚਨਬੱਧ ਹਾਂ। ਇਹ ਵਚਨਬੱਧਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਜਿਹੜੀ ਵਿਰਾਸਤ ਖਾਲਸੇ ਨੂੰ ਬਖਸ਼ਿਸ਼ ਕੀਤੀ, ਦਸਮ ਪਾਤਸ਼ਾਹ ਜੀ ਨੇ, ਉਹਦਾ ਹਿੱਸਾ ਆ। ਵਿਧਾਨ ਸਭਾ ਹਲਕਾ ਪੁਲਤ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਹੱਕਾਂ ਨੂੰ ਲੈ ਕੇ ਅਪੀਲ ਕੀਤੀ ਹੈ। ਖਹਿਰਾ ਨੇ ਟਵੀਟ ਕਰਕੇ ਲਿਖਿਆ ਕਿ ਚੰਡੀਗੜ੍ਹ 'ਚ ਨਵੀਂ ਵਿਧਾਨ ਸਭਾ ਲਈ ਹਰਿਆਣਾ ਨੂੰ ਜ਼ਮੀਨ ਦੀ ਅਲੋਟਮੈਂਟ ਪੰਜਾਬ ਦੀ ਰਾਜਧਾਨੀ ਸਿਟੀ ਬਿਊਟੀਫੁਲ ਯਾਨੀ ਚੰਡੀਗੜ੍ਹ ਤੇ ਪੰਜਾਬ ਦੇ ਜਾਇਜ਼ ਹੱਕ ਤੇ ਸਿੱਧਾ ਹਮਲਾ ਹੈ। ਇਸ ਨੂੰ ਖਰੜ ਤਹਿਸੀਲ ਦੇ ਦਰਜਨਾਂ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਹਰਿਆਣੇ ਦਾ 1 ਇੰਚ ਵੀ ਹਿੰਦੀ ਬੋਲਣ ਵਾਲਾ ਖੇਤਰ ਨਹੀਂ ਲਿਆ ਗਿਆ ਸੀ। ਇਹ ਪੰਜਾਬ ਹੀ ਸੀ ਜਿਸ ਨੇ ਭਾਰਤ ਦੇ ਬਾਕੀ ਸੂਬਿਆਂ ਵਾਂਗ ਭਾਸ਼ਾਈ ਆਧਾਰ ਤੇ ਵੱਖਰੇ ਸੂਬੇ ਲਈ ਸੰਘਰਸ਼ ਕੀਤਾ, ਜਦਕਿ ਹਰਿਆਣਾ ਨੇ ਨਾ ਤਾਂ ਕੋਈ ਸੂਬਾ ਮੰਗਿਆ ਤੇ ਨਾ ਹੀ ਚੰਡੀਗੜ੍ਹ ਤੇ ਕੋਈ ਦਾਅਵਾ ਕੀਤਾ। ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਦੀ ਇਸ ਵਿਰੋਧੀ ਚਾਲ ਖਿਲਾਫ ਸਖਤ ਕਦਮ ਚੁੱਕਿਆ ਜਾਵੇ। ਪੰਜਾਬੀਆਂ ਨੂੰ ਪਿਛਲੇ 2 ਦਿਨਾਂ ਤੋਂ ਬਾਰਿਸ਼ ਤੋਂ ਬੇਸ਼ੱਕ ਰਾਹਤ ਮਿਲੀ ਹੈ, ਪਰ ਘੱਗਰ ਦਰਿਆ 'ਚ ਵਧਿਆ ਪਾਣੀ ਦਾ ਪੱਧਰ ਲੋਕਾਂ ਲਈ ਮੁਸ਼ਕਲਾਂ ਵਧਾ ਰਿਹਾ ਹੈ। ਅੱਜ ਪੰਜਾਬ ਦੇ ਮਾਲਵੇ ਇਲਾਕੇ ਵਿੱਚ ਵੱਡੇ ਪੱਧਰ ਤੇ ਇਸ ਦਾ ਪ੍ਰਕੋਪ ਵੇਖਣ ਨੂੰ ਮਿਲਿਆ। ਸੰਗਰੂਰ ਜ਼ਿਲ੍ਹੇ ਵਿੱਚ ਕਈ ਥਾਵਾਂ ਤੇ ਘੱਗਰ ਦਰਿਆ 'ਚੋਂ ਪਾਣੀ ਟੁੱਟਿਆ ਅਤੇ ਕਈ ਪਿੰਡ ਤੇ ਫਸਲਾਂ ਤਬਾਹ ਕਰ ਦਿੱਤੀਆਂ। ਇਸ ਮੌਕੇ ਇਲਾਕੇ ਦੇ ਵਿਧਾਇਕ ਵਰਿੰਦਰ ਗੋਇਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਸ ਇਲਾਕੇ ਦੇ ਦੌਰੇ ਤੇ ਆਏ। ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਰਾਜਸਥਾਨ ਅਤੇ ਹਰਿਆਣਾ ਵੱਲੋਂ ਪਾਣੀ ਲੈਣ ਤੋਂ ਨਾ ਕਰਨ ਤੇ ਵੀ ਨਾਰਾਜ਼ਗੀ ਜ਼ਾਹਰ ਕਰਦੇ ਨਜ਼ਰ ਆਏ। ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਚੱਲਦਾ। ਮੈਂ ਹਰਿਆਣਾ ਸਰਕਾਰ ਨਾਲ ਗੱਲ ਕਰਦਾ ਰਹਿਣਾ ਕਿ ਇੱਕ ਮਿੰਟ, ਹਰਿਆਣਾ ਸਰਕਾਰ ਕਹਿੰਦੇ ਸਾਨੂੰ ਪਾਣੀ ਦੇ ਦਿਓ। ਹੁਣ ਅਸੀਂ ਕਹਿੰਦੇ ਹਾਂ ਹਰਿਆਣਾ ਸਰਕਾਰ ਨੂੰ ਲੈਣਾ ਪਾਣੀ, ਹੁਣ ਕਹਿੰਦੇ ਨਾ ਜੀ ਸਾਨੂੰ ਨਾ ਦਿਓ ਜੀ। ਮਤਲਬ ਅਸੀਂ ਡੁੱਬਣ ਵਾਸਤੇ ਰੱਖੇ ਹੋਏ ਯਾਰ। ਮਤਲਬ ਹਿਮਾਚਲ ਕਹਿੰਦਾ ਸਾਨੂੰ ਪਾਣੀ ਦੇ ਦਿਓ, ਪਰ ਉੱਤੋਂ ਛੱਡੀ ਜਾਂਦੇ ਆ। ਹੁਣ ਰੱਖ ਲਓ ਪਾਣੀ ਆਪਦਾ ਜਿੱਥੇ ਹੈਗਾ ਤੁਹਾਡੇ ਕੋਲ। ਇਹ ਕੋਈ ਗੱਲ ਹੈ? ਕੱਲ ਨੂੰ ਤੁਸੀਂ ਲੜੋਗੇ, ਮੈਨੂੰ 7.19% ਹਿੱਸਾ ਮੇਰਾ ਪਾਣੀ 'ਚ ਬਣਦਾ ਹੈ, ਹਰਿਆਣਾ ਕਹੂਗਾ ਮੇਰਾ ਇੰਨਾ ਬਣਦਾ ਹੈ, ਰਾਜਸਥਾਨ ਕਹੂਗਾ ਮੇਰਾ ਇੰਨਾ ਬਣਦਾ ਹੈ। ਤਾਂ ਮਤਲਬ ਹਿੱਸਾ ਮੰਗਣ ਵੇਲੇ ਆ ਜਾਂਦੇ ਹੋ, ਡੁੱਬਣ ਵੇਲੇ ਅਸੀਂ ਇਕੱਲੇ। ਇਹ ਨਹੀਂ ਚੱਲੂਗਾ। ਇਹਨੂੰ ਚਾਹੇ ਤੁਸੀਂ ਰਾਜਨੀਤਿਕ ਬਿਆਨ ਕਹਿ ਲਓ, ਚਾਹੇ ਇੱਕ ਦਿਲੋਂ ਪੰਜਾਬ ਨੂੰ ਪਿਆਰ ਕਰਨ ਵਾਲੇ ਬੰਦੇ ਦਾ ਬਿਆਨ ਕਹਿ ਲਓ ਕਿ ਡੁੱਬਣ ਵੇਲੇ ਅਸੀਂ ਤੇ ਬਾਕੀ ਹੁਣ ਮੰਗੇ ਹਰਿਆਣਾ ਪਾਣੀ, ਹੁਣ ਮੰਗੇ ਰਾਜਸਥਾਨ ਪਾਣੀ ਸਾਥੋਂ, ਹੁਣ ਮੰਗੇ ਹਿਮਾਚਲ ਸਾਥੋਂ ਹਿੱਸਾ। ਉਹ ਕਹਿੰਦੇ ਸਾਡੇ ਕੋਲ ਤਾਂ ਆਉਂਦਾ ਜੀ। ਫਿਰ ਰੋਕ ਲਓ ਵੀ, ਜੇ ਰੋਕ ਸਕਦੇ ਹੋ। ਵੈਸੇ ਅਸੀਂ ਪੈਸੇ ਲਵਾਂਗੇ, ਜਿਹੜਾ ਪਾਣੀ ਆਉਂਦਾ ਉਹ ਤੇ ਸੈਸ ਲਾਵਾਂਗੇ, ਤੇ ਜਿਹੜਾ ਐਂ ਆਉਂਦਾ ਉਹ ਤੁਹਾਡਾ ਜੀ, ਮਰੋ ਖਪੋ ਕੋਈ ਗੱਲ ਨਹੀਂ। ਪੰਜਾਬ ਜਿਹੜਾ ਉਹ ਪੰਜਾਬ ਜਿਹੜਾ ਬਾਈ ਪੂਰੀ ਦੁਨੀਆ ਨੂੰ ਬਚਾਉਣ ਵਾਲਾ ਹੈ, ਪੂਰੇ ਲੋਕਾਂ ਨੂੰ ਪੇਟ ਭਰਨ ਵਾਲਾ ਪੰਜਾਬ ਹੈ। ਦੁਨੀਆ ਭਰ 'ਚ ਕਿਤੇ ਕੁਦਰਤੀ ਆਫਤ ਆ ਜੇ, ਰੈੱਡ ਕਰਾਸ ਉੱਥੇ ਪਹੁੰਚੇ ਨਾ ਪਹੁੰਚੇ, ਹੋਰ ਕੋਈ ਪਹੁੰਚੇ ਨਾ ਪਹੁੰਚੇ, ਸਾਡਾ ਗੁਰੂ ਕਾ ਲੰਗਰ ਤਾਂ ਉੱਥੇ ਚੱਲ ਹੀ ਪੈਂਦਾ। ਸੋ ਅਸੀਂ ਤਾਂ ਲੋਕਾਂ ਦੇ ਪੇਟ ਭਰਨ ਵਾਲੇ ਹਾਂ। ਪੰਜਾਬ 'ਚ ਆਏ ਹੜ੍ਹ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੋਕ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਵਿੱਚ ਵੱਖ-ਵੱਖ ਸਿਆਸੀ ਆਗੂ ਵੀ ਇਹਨਾਂ ਲੋਕਾਂ ਦੀ ਸਾਰ ਲੈਣ ਪਹੁੰਚ ਰਹੇ ਹਨ। ਇਸੇ ਤਰ੍ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕਾਂ ਦੀ ਸਾਰ ਲੈਣ ਲਈ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਨਿਹਾਲਾ ਲਵੇਰਾ ਪਿੰਡ ਹੈ, ਫਿਰੋਜ਼ਪੁਰ ਸ਼ਹਿਰ ਦੇ ਨਾਲ ਹੈਗਾ ਪਿੰਡ। ਮੈਂ ਉਹਨਾਂ ਪਿੰਡਾਂ 'ਚ ਆਇਆ ਤੇ ਤੁਸੀਂ ਦੇਖੋ ਸਾਰਾ ਇਲਾਕਾ ਡੁੱਬ ਗਿਆ। ਇਹਦਾ ਇੱਕ ਵੱਡਾ ਕਾਰਨ ਹੈ ਜਿਹੜੀ ਗਲਤੀ ਪੰਜਾਬ ਸਰਕਾਰ ਨੇ ਕੀਤੀ ਹੈ ਕਿ ਜਿਹੜਾ ਹਰੀਕੇ ਦਾ ਆਪਣਾ ਬੰਨ੍ਹ ਲਾਇਆ, ਡੈਮ ਲਾਇਆ ਹੈ, ਹੈਡਵਰਕਸ, ਅੱਜ ਤੱਕ ਕਿਸੇ ਵੀ ਟਾਈਮ 'ਚ ਜਦੋਂ ਬਣ ਰਿਹਾ ਸਾਰੇ ਗੇਟ ਨਹੀਂ ਖੋਲ੍ਹੇ ਗਏ। ਸੇਖੋ ਸਾਹਿਬ ਇਰੀਗੇਸ਼ਨ ਮਿਨਿਸਟਰ ਹੈ, ਇਹਨਾਂ ਨੇ ਕਿੰਨੇ ਸਾਲ ਮਹਿਕਮਾ ਚਲਾਇਆ ਹੈ। ਅੱਜ ਸਵੇਰੇ ਗੱਲ ਹੀ ਕਰ ਰਹੇ ਸੀ ਕਿ ਸਭ ਤੋਂ ਵੱਡੀ ਗਲਤੀ ਤੇ ਪਾਪ ਜਿਹੜਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦੇ ਕਹਿਣ ਤੇ ਉਹਨਾਂ ਨੇ ਸਾਰੇ ਖੋਲ ਦਿੱਤੇ। ਉਹਦੇ ਕਰਕੇ ਇੱਕਦਮ ਸੀਚੇ ਵਾਲੇ ਨੇ ਉਹਨੇ ਕਰਾਏ, ਸੀਚੇ ਵਾਲਾ ਜਿਹੜਾ ਮੈਂਬਰ ਬਣਾਇਆ ਨਾ ਅੱਛਾ, ਉਹਨਾਂ ਨੇ ਸਾਰੇ ਇਹਦੇ ਕਰਕੇ ਇੱਕਦਮ ਹੀ ਜੇ 13 ਗੇਟ ਸਾਰੇ ਖੋਲ ਦੋ ਤੇ 31 ਗੇਟ ਸਾਰੇ ਖੁਲਾ ਦਿੱਤੇ ਆਮ ਆਦਮੀ ਪਾਰਟੀ ਦੇ ਐਮਪੀ ਨੇ, ਜਿਹਦੇ ਕਰਕੇ ਸਾਰਾ ਹੀ ਇਲਾਕਾ ਡੁੱਬ ਗਿਆ। ਅੱਜ ਤੱਕ ਇੱਥੇ ਪਹਿਲੇ ਨਹੀਂ ਹੁੰਦਾ ਸੀ। ਆ ਇੱਕ ਖਾਸੀ ਵਾਲੀ ਵੀ ਇੰਨਾ ਪਾਣੀ ਨਹੀਂ ਤਾਂ ਪਹਿਲੇ ਕੀ ਹੁੰਦਾ ਸੀ, ਪਹਿਲੇ 2 ਗੇਟ ਖੇਡ ਤੇ 3 ਖੇਡ ਤੇ ਹਿਸਾਬ ਨਾਲ ਕਰਦੇ ਸੀ, ਹੌਲੀ ਹੌਲੀ ਜਿਵੇਂ ਰਿਸਦਾ ਸੀ ਪਾਣੀ। ਪਰ ਇਹ ਕਿਉਂਕਿ ਤਜਰਬਾ ਹੈ ਨਹੀਂ, ਇੱਥੇ ਜਿਹੜਾ ਜੀ ਆਉਂਦਾ ਆਪਣਾ ਆਰਡਰ ਛਾੜ ਕੇ ਚਲੇ ਜਾਂਦਾ। ਜਿਵੇਂ ਮੈਂ ਪਹਿਲੇ ਕਿਹਾ, ਨਲਾਇਕ ਬੰਦਿਆਂ ਨੂੰ ਜੇ ਚਾਰਜ ਦੋਗੇ ਆਪਣੇ ਆਪ ਹੀ ਹੋਣਾ ਹੀ, ਐਕਸੀਡੈਂਟ ਹੋਣੇ ਆ।
ਸਰਕਾਰ ਕੋਲ ਇਰੀਗੇਸ਼ਨ ਮਹਿਕਮਾ, ਡਰੇਨੇਜ ਮਹਿਕਮਾ ਇਹ ਮਿੰਟਾਂ 'ਚ ਕਰ ਸਕਦੇ ਹੈ। ਸੋ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈ, ਅਫਸਰ ਸਾਹਿਬਾਨ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਸਾਰੇ ਆਪਣੇ ਦਫ਼ਤਰਾਂ ਖੋਲ੍ਹ ਕੇ ਇੱਥੇ ਆ ਜਾਣ। ਇੱਥੇ ਹਰ ਪੁਆਇੰਟ ਤੇ, ਜਿਵੇਂ ਆਹ ਪੁਆਇੰਟ ਹੈ, ਇਸ ਪੁਆਇੰਟ ਤੇ ਇੱਕ ਅਫਸਰ ਦੀ ਡਿਊਟੀ ਹੋਣੀ ਚਾਹੀਦੀ ਹੈ, ਜਾਂ ਤਹਿਸੀਲਦਾਰ ਹੋਏ ਜਾਂ SDM ਹੋਏ, ਪੱਕਾ ਇੱਥੇ ਬੈਠੇ। ਉਹਨਾਂ ਦੇ ਮੰਤਰੀ ਵੀ ਮੇਰੇ ਖਿਆਲ ਪਹੁੰਚ ਚੁੱਕੇ ਜੀ। ਉਹ ਤਾਂ ਜਿਹੜੇ ਭਾਵੇਂ ਪਹੁੰਚੇ ਹੈ, ਕਾਰਵਾਈ ਨਾ ਕਰਨ। ਪ੍ਰੋਬਲਮ ਹੈ ਕਾਰਵਾਈ ਦੀ। ਆ ਇੱਕ ਹੁਣ ਕਾਰਵਾਈ ਹੁਣ ਜਿਵੇਂ ਉਹ ਦੇਖਣ ਕਿਵੇਂ ਬਾਦਲ ਸਾਹਿਬ ਆਪਣੇ ਟਾਈਮ 'ਚ ਕਿਵੇਂ ਕਰਦੇ ਹੁੰਦੇ ਸੀ, ਕਿਉਂਕਿ ਉਹਨਾਂ ਨੂੰ ਤਜਰਬਾ ਸੀ, ਇਹਨੇ 50 ਸਾਲ ਦਾ ਤਜਰਬਾ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਉੜੀਸਾ ਰੇ ਸਿੱਖ ਧਰਮ ਰਾ ਇਤਿਹਾਸਾ ਉੜੀਸਾ ਵਿੱਚ ਸਿੱਖ ਧਰਮ ਦਾ ਇਤਿਹਾਸ ਸਿਰਲੇਖ ਵਾਲੀ ਕਿਤਾਬ ਦੀ ਸ਼ਲਾਘਾ ਕੀਤੀ ਹੈ। ਇਹ ਕਿਤਾਬ ਬਲਾਸੋਰ ਦੇ ਨੌਜਵਾਨ ਲੇਖਕ ਅਭਿਨਾਸ਼ ਮਹਾਪਾਤਰਾ ਨੇ ਲਿਖੀ ਹੈ। ਮੁੱਖ ਮੰਤਰੀ ਨੇ ਲੇਖਕ ਨੂੰ ਵਧਾਈ ਦਿੱਤੀ ਅਤੇ ਉਸਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਹ ਪੁਸਤਕ ਜਗਨਨਾਥ ਸੰਸਕ੍ਰਿਤੀ ਅਤੇ ਸਿੱਖ ਧਰਮ ਦੇ ਵਿਚਕਾਰ ਡੂੰਘੇ ਸਬੰਧਾਂ ਦੀ ਵਿਆਖਿਆ ਕਰਦੀ ਹੈ। ਮਹਾਪਾਤਰਾ ਨੇ ਉੜੀਸਾ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਲੈਲਿਨ ਮੋਹੰਤੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਪਣੀ ਲਿਖੀ ਹੋਈ ਕਿਤਾਬ ਦੀ ਇੱਕ ਕਾਪੀ ਤੋਹਫੇ ਵਿੱਚ ਦਿੱਤੀ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜਗਨਨਾਥਪੁਰੀ ਗਏ ਸਨ। ਉਹਨਾਂ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਸੀ। ਲੈਨਿਨ ਮੋਹੰਤੀ ਨੇ ਲੇਖਕ ਅਤੇ ਉਸ ਦੀ ਕਿਤਾਬ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਪੇਸ਼ ਕੀਤਾ ਗਿਆ ਸਿੱਖ ਧਰਮ ਵਿਸ਼ਵ ਵਿਆਪੀ ਭਾਈਚਾਰੇ, ਕੁਰਬਾਨੀ, ਪਿਆਰ ਅਤੇ ਮਨੁੱਖਤਾ ਲਈ ਖੜਾ ਹੈ ਅਤੇ ਸਮਾਜਿਕ ਅਨਿਆਂ ਵਿਰੁੱਧ ਨਿਰੰਤਰ ਲੜਾਈ ਤੇ ਜ਼ੋਰ ਦਿੰਦਾ ਹੈ। ਮੋਹੰਤੀ ਨੇ ਕਿਹਾ ਕਿ ਇਹ ਪੁਸਤਕ ਗੁਰੂ ਨਾਨਕ ਦੇਵ ਜੀ ਦੇ ਉੜੀਸਾ ਆਗਮਨ, ਸੂਬੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਅਤੇ ਇਸ ਦੀਆਂ ਅਸਲ ਜ਼ਰੂਰੀ ਕਦਰਾਂ ਕੀਮਤਾਂ ਬਾਰੇ ਚਾਨਣਾ ਪਾਉਂਦੀ ਹੈ। ਮੋਹੰਤੀ ਨੇ ਅੱਗੇ ਕਿਹਾ ਕਿ ਚਿੱਤਰਾਂ ਨਾਲ ਸਜੀ ਇਹ ਪੁਸਤਕ ਨੌਜਵਾਨਾਂ ਨੂੰ ਸਿੱਖ ਧਰਮ ਪ੍ਰਤੀ ਉਤਸ਼ਾਹਿਤ ਕਰੇਗੀ ਅਤੇ ਖੋਜਕਰਤਾਵਾਂ ਲਈ ਜਗਨਨਾਥ ਸੱਭਿਆਚਾਰ ਅਤੇ ਸਿੱਖ ਧਰਮ ਦੀ ਸਾਂਝੀਵਾਲਤਾ ਬਾਰੇ ਵਧੇਰੇ ਜਾਗਰੂਕਤਾ ਪ੍ਰਦਾਨ ਕਰਨ ਲਈ ਲਾਭਦਾਇਕ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਲਈ ਰਵਾਨਾ ਹੋਣਗੇ। ਉਹ ਫਰਾਂਸ ਦੇ ਨਾਲ-ਨਾਲ UAE ਦਾ ਵੀ ਦੌਰਾ ਕਰਨਗੇ। ਪ੍ਰਧਾਨ ਮੰਤਰੀ 13 ਅਤੇ 14 ਨੂੰ ਫਰਾਂਸ ਵਿੱਚ ਹੀ ਹੋਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ 14 ਜੁਲਾਈ ਨੂੰ ਫਰਾਂਸ ਵਿੱਚ ਬੈਸਟੇ ਡੇ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹ ਦੁਪਹਿਰ ਤੱਕ ਪੈਰਿਸ ਪਹੁੰਚ ਜਾਣਗੇ। ਪ੍ਰਧਾਨ ਮੰਤਰੀ ਦੀ ਫਰਾਂਸ ਦੀ ਇਹ 6ਵੀਂ ਯਾਤਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਮੈਕਰੋਨ ਦੋਪੱਖੀ ਬੈਠਕ ਵੀ ਕਰਨਗੇ। ਫਰਾਂਸ ਤੋਂ ਬਾਅਦ PM ਮੋਦੀ 15 ਜੁਲਾਈ ਨੂੰ UAE ਜਾਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੇ ਸੱਦੇ ਤੇ ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਲਈ ਰਵਾਨਾ ਹੋਏ। ਮੈਕਰੋਨ PM ਮੋਦੀ ਦੇ ਸਨਮਾਨ ਵਿੱਚ ਇੱਕ ਸਰਕਾਰੀ ਦਾਵਤ ਦੇ ਨਾਲ-ਨਾਲ ਇੱਕ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਵੀ ਕਰਨਗੇ। ਪ੍ਰਧਾਨ ਮੰਤਰੀ ਦੀ ਫਰਾਂਸ ਯਾਤਰਾ ਨੂੰ ਰਣਨੀਤਿਕ, ਸੱਭਿਆਚਾਰਕ, ਵਿਗਿਆਨਕ, ਵਿਦਿਅਕ ਅਤੇ ਆਰਥਿਕ ਮੋਰਚਿਆਂ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਫਰਾਂਸ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਮੈਕਰੋਨ ਦਾ ਜ਼ੋਰ ਚੀਨ ਤੇ ਵਧਦੀ ਨਿਰਭਰਤਾ ਨੂੰ ਘੱਟ ਕਰਨ ਤੇ ਵੀ ਹੋ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਮੋਦੀ ਦਾ ਇਹ ਦੌਰਾ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਭਾਰਤ ਫਰਾਂਸ ਦੀ ਰਣਨੀਤਿਕ ਸਾਂਝੇਦਾਰੀ 25ਵੇਂ ਸਾਲ ਵਿੱਚ ਦਾਖਲ ਹੋ ਚੁੱਕੀ ਹੈ। ਇਹ ਫਰਾਂਸ ਦਾ ਰਾਸ਼ਟਰੀ ਦਿਵਸ ਹੈ, ਜਿਸ ਨੂੰ ਬੈਸਟਿਲ ਦਿਵਸ ਵੀ ਕਿਹਾ ਜਾਂਦਾ ਹੈ। ਇਹ ਹਰ ਸਾਲ 14 ਜੁਲਾਈ ਨੂੰ ਮਨਾਇਆ ਜਾਂਦਾ ਹੈ। ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹੜ੍ਹ ਦਾ ਖਤਰਾ ਵੱਧ ਗਿਆ ਹੈ। ਨਵੀਂ ਦਿੱਲੀ ਸਮੇਤ ਉੱਤਰੀ ਦਿੱਲੀ ਅਤੇ ਮੱਧ ਦਿੱਲੀ ਦੇ ਉਹਨਾਂ ਇਲਾਕਿਆਂ ਵਿੱਚ ਜਿੱਥੇ ਪਾਣੀ ਭਰ ਰਿਹਾ ਹੈ, ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਇਹ ਐਲਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਟਵੀਟ ਵਿੱਚ ਲਿਖਿਆ ਕਿ ਯਮੁਨਾ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਹੁਣ ਪਾਣੀ 208.46 ਮੀਟਰ ਤੱਕ ਪਹੁੰਚ ਗਿਆ ਹੈ। ਪਾਣੀ ਦਾ ਪੱਧਰ ਵਧਣ ਕਾਰਨ ਯਮੁਨਾ ਨਦੀ ਆਲੇ-ਦੁਆਲੇ ਦੀਆਂ ਸੜਕਾਂ ਤੇ ਆ ਗਈ ਹੈ। ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਰੂਟਾਂ ਤੇ ਨਾ ਜਾਓ। ਇੱਕ ਹੋਰ ਟਵੀਟ ਕਰਦਿਆਂ ਉਹਨਾਂ ਕਿਹਾ ਕਿ ਯਮੁਨਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਵਜ਼ੀਰਾਬਾਦ, ਚੰਦਰਵਾਲ ਅਤੇ ਓਖਰਾ ਵਾਟਰ ਟਰੀਟਮੈਂਟ ਪਲਾਂਟ ਬੰਦ ਕਰਨੇ ਪਏ ਹਨ। ਇਸ ਕਾਰਨ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਪਾਣੀ ਦੀ ਸਮੱਸਿਆ ਰਹੇਗੀ। ਜਿਵੇਂ ਹੀ ਯਮੁਨਾ ਦਾ ਪਾਣੀ ਘਟੇਗਾ, ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਹੋਰ ਟਵੀਟ ਕਰਦਿਆਂ ਉਹਨਾਂ ਕਿਹਾ ਕਿ ਮੈਂ ਸਾਰੇ ਵਲੰਟੀਅਰਾਂ, ਕੌਂਸਲਰਾਂ, ਵਿਧਾਇਕਾਂ ਅਤੇ ਹੋਰ ਸਾਰੇ ਲੋਕਾਂ ਨੂੰ ਰਾਹਤ ਕੈਂਪਾਂ ਦਾ ਦੌਰਾ ਕਰਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕਰਦਾ ਹਾਂ। ਦੱਸ ਦਈਏ ਕਿ ਹਥਨੀ ਕੁੰਡ ਬੈਰਾਜ ਤੋਂ ਪਾਣੀ ਛੱਡਣ ਤੋਂ ਬਾਅਦ ਯਮੁਨਾ ਨਦੀ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ। ਵੀਰਵਾਰ ਸਵੇਰੇ 7 ਵਜੇ ਯਮੁਨਾ ਦਾ ਜਲ ਪੱਧਰ 208.46 ਮੀਟਰ ਤੱਕ ਪਹੁੰਚ ਗਿਆ। ਦਿੱਲੀ ਦੀਆਂ ਕੁਝ ਸੜਕਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਹੜ੍ਹ ਦੀ ਸਥਿਤੀ ਤੇ ਚਰਚਾ ਕਰਨ ਲਈ ਦਿੱਲੀ ਆਫਤ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਬੁਲਾਈ ਗਈ ਹੈ। ਦਿੱਲੀ ਜਲ ਬੋਰਡ ਨੇ ਯਮੁਨਾ ਨਦੀ ਵਿੱਚ ਆਏ ਹੜ੍ਹ ਕਾਰਨ ਵਜ਼ੀਰਾਬਾਦ ਜਲ ਸ਼ੁੱਧੀਕਰਨ ਪਲਾਂਟ ਨੂੰ ਬੰਦ ਕਰ ਦਿੱਤਾ ਹੈ। ਆਬਾਦੀ ਵਾਲੇ ਇਲਾਕਿਆਂ ਤੋਂ ਜਿੱਥੇ ਪਾਣੀ ਭਰਿਆ ਹੋਇਆ ਹੈ, ਉੱਥੇ ਲੋਕਾਂ ਨੂੰ ਹੋਰ ਥਾਵਾਂ ਤੇ ਭੇਜਿਆ ਜਾ ਰਿਹਾ ਹੈ। ਦਿੱਲੀ ਦੇ ਸਾਰੇ ਲੋਕਾਂ ਨੂੰ ਇਸ ਸੰਕਟਕਾਲੀਨ ਸਥਿਤੀ ਵਿੱਚ ਹਰ ਸੰਭਵ ਤਰੀਕੇ ਨਾਲ ਇੱਕ ਦੂਜੇ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।